ਕਹਿੰਦੇ ਬਾਕੀ ਗੱਲਾਂ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ ਤੇ ਸਿਹਤ ਲਈ ਜ਼ਰੂਰੀ ਹੈ ਸਹੀ ਸਮੇਂ ਤੇ ਸਹੀ ਡਾਕਟਰੀ ਸਲਾਹ। ਤੁਸੀਂ ਤੇ ਤੁਹਾਡਾ ਪਰਿਵਾਰ ਹਰਦਮ ਰਹੇ ਸਿਹਤਯਾਬ। ਇਸੇ ਸੋਚ ਦੇ ਨਾਲ ਲੈ ਹਾਜ਼ਰ ਮੈਂ ਪੀਟੀਸੀ ਨਿਊਜ਼ ਦਾ ਇਹ ਖਾਸ ਉਪਰਾਲਾ ਡਾਕਟਰਸ ਸਪੀਕ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਅਸੀਂ ਵੱਖ-ਵੱਖ ਐਕਸਪਰਟ ਡਾਕਟਰਸ ਨਾਲ ਕਰਦੇ ਹਾਂ ਚਰਚਾ। ਤੇ ਅੱਜ ਅਸੀਂ ਚਰਚਾ ਕਰਨ ਵਾਲੇ ਹਾਂ ਅੱਖਾਂ ਨਾਲ ਜੁੜੀ ਬਿਮਾਰੀਆਂ ਬਾਰੇ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਐਕਸਪਰਟ ਡਾਕਟਰਸ ਨੇ ਸੁਹਾਨਾ ਹਸਪੀਟਲ ਮੋਹਾਲੀ ਤੋਂ। ਸਾਡੇ ਨਾਲ ਜੁੜੇ ਨੇ ਡਾਕਟਰ ਗੁਰਮੀਤ ਸਿੰਘ ਮੰਗਟ, ਜੋ ਡਾਇਰੈਕਟਰ ਸੁਹਾਨਾ ਹਸਪੀਟਲ ਨੇ, ਤੇ ਨਾਲ ਹੀ ਹੈਡ ਆਫ ਡਿਪਾਰਟਮੈਂਟ ਨੇ ਆਈ ਸੈਂਟਰ। ਤੇ ਨਾਲ ਹੀ ਸਾਡੇ ਨਾਲ ਨੇ ਡਾਕਟਰ ਨਿਸ਼ਾਨ ਸਚਦੇਵਾ, ਜੋ ਕਿ ਨੇ ਰੈਟਨਾ ਹੈਡ। ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਨੂੰ। ਧੰਨਵਾਦ। ਅੱਛਾ, ਪਹਿਲੇ ਤਾਂ ਸ਼ੁਰੂਆਤ ਡਾਕਟਰ ਮੰਗਟ ਤੁਹਾਡੇ ਤੋਂ ਕਰਨਾ ਚਾਹਾਂਗਾ। ਆਮ ਸੁਣਨ ਨੂੰ ਮਿਲਦਾ ਹੈ ਕੈਟਰੈਕਟ ਯਾਨੀ ਮੋਤੀਆ। ਪਹਿਲੇ ਤਾਂ ਇਹ ਕਿ ਮੋਤੀਆ ਜਿਹੜਾ ਹੈ ਉਹ ਹੈ ਕੀ, ਤੇ ਇਸ ਦਾ ਅਸਰ ਅੱਖਾਂ ਤੇ ਕੀ ਹੁੰਦਾ ਹੈ? ਨਿਖਿਲ, ਪਹਿਲਾਂ ਤੁਹਾਡਾ ਤੇ ਪੀਟੀਸੀ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਅੱਜ ਦਰਸ਼ਕਾਂ ਦੇ ਸਾਹਮਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਕੈਟਰੈਕਟ ਜਾਂ ਆਪਾਂ ਚਿੱਟਾ ਮੋਤੀਆ ਜਿਹਨੂੰ ਕਿਹਾ ਜਾਂਦਾ ਹੈ, ਇਹ ਬੇਸਿਕਲੀ ਹਰੇਕ ਇਨਸਾਨ, ਹਰੇਕ ਕੋਈ ਵੀ ਉਹਦੇ ਅੰਦਰ ਇੱਕ ਲੈਂਸ ਰੱਬ ਵੱਲੋਂ ਫਿੱਟ ਕੀਤਾ ਹੋਇਆ ਹੁੰਦਾ, ਜਿਹਦੇ ਨਾਲ ਅਸੀਂ ਸਾਹਮਣੇ ਕੋਈ ਵੀ ਚੀਜ਼ ਦੇਖਦੇ ਹਾਂ ਉਹ ਰੇਜ਼ ਜਾ ਕੇ ਤੁਹਾਡੇ ਪਰਦੇ ਤੇ ਬਣਦੀਆਂ ਤੇ ਤੁਸੀਂ ਅਗਲੇ ਸਾਹਮਣਾ ਨਜ਼ਾਰਾ ਦੇਖ ਸਕਦੇ ਹੋ। ਹੁਣ ਟਾਈਮ ਦੇ ਨਾਲ, ਉਮਰ ਦੇ ਨਾਲ ਇਹ ਲੈਂਸ ਹੌਲੀ ਹੌਲੀ ਧੁੰਦਲਾ ਪੈਣ ਲੱਗ ਜਾਂਦਾ, ਜਿਹਦੇ ਨਾਲ ਤੁਹਾਨੂੰ ਰਾਤ ਨੂੰ ਡਰਾਈਵਿੰਗ ਕਰਨ 'ਚ ਮੁਸ਼ਕਲ, ਪੜ੍ਹਨ 'ਚ ਮੁਸ਼ਕਲ, ਜਾਂ ਸਾਹਮਣੇ ਕੋਈ ਬੰਦਾ ਆ ਰਿਹਾ ਉਹ ਪਛਾਣ ਨਹੀਂ ਆ ਰਿਹਾ, ਇਹ ਚੀਜ਼ਾਂ ਤੁਹਾਨੂੰ ਫੇਸ ਕਰਦੇ ਆ। ਤੇ ਉਸ ਕੰਡੀਸ਼ਨ 'ਚ ਇਹਦਾ ਇਲਾਜ ਕਰਾਉਣਾ ਜ਼ਰੂਰੀ ਹੋ ਜਾਂਦਾ। ਇੱਕ ਤੇ ਕੁਦਰਤੀ ਇਹਦਾ ਕਾਰਨ ਹੈ, ਦੂਸਰੇ ਕਾਰਨ ਜਿਹੜੇ ਹੈਗੇ ਆ ਉਹ ਦੂਜੀਆਂ ਬਿਮਾਰੀਆਂ ਨਾਲ ਰਿਲੇਟਡ ਵੀ ਨੇ, ਜਿਵੇਂ ਡਾਇਬਟੀਜ਼, ਮਲਾਈਟਸ ਜਿਹੜੇ ਕੇਸ ਹੁੰਦੇ ਆ ਉਹਨਾਂ 'ਚ ਕੈਟਰੈਕਟ ਛੇਤੀ ਬਣ ਸਕਦਾ। ਅੱਖ ਦੇ ਅੰਦਰ ਕੋਈ ਹੋਰ ਇਨਫਲੇਮੇਸ਼ਨ ਜਾਂ ਸੱਟ ਲੱਗ ਗਈ ਹੋਵੇ, ਤੇ ਇਸ ਦੇ ਨਾਲ ਨਾਲ ਕਈ ਵਾਰੀ ਜਨਮ ਦੇ ਵੇਲੇ ਵੀ ਇਹ ਕੈਟਰੈਕਟ ਤੁਹਾਡੇ, ਜਦੋਂ ਤੁਸੀਂ ਪੈਦਾ ਹੁੰਦੇ ਆ ਉਦੋਂ ਵੀ ਮੋਤੀਆ ਤੁਹਾਡੇ ਨਾਲ ਹੀ ਆਉਂਦਾ ਹੈ ਜਦੋਂ ਤੁਸੀਂ ਜਨਮ ਲੈਂਦੇ ਹੋ। ਹੁਣ ਸਵਾਲ ਹੁੰਦਾ ਹੈ ਕਿ ਇਹਦਾ ਇਲਾਜ ਕੀ ਹੈ? ਜੀ, ਇਲਾਜ ਇਹਦਾ ਆਪਰੇਸ਼ਨ ਹੀ ਹੈ। ਆਮ ਸਾਡੇ ਕੋਲ ਲੋਕੀ ਆ ਕੇ ਇਹ ਪਹਿਲਾ ਸਵਾਲ ਇਹੀ ਕਰਦੇ ਆ, ਜੀ ਐਨਕ ਚੇਂਜ ਕਰਕੇ ਦੇਖ ਲਓ ਜੀ, ਜਾਂ ਸਾਨੂੰ ਕੋਈ ਦਵਾਈ ਦੇ ਦਿਓ ਜੀ, ਕਿਉਂਕਿ ਆਪਰੇਸ਼ਨ ਦੇ ਡਰ ਤੋਂ ਇਹ ਗੱਲ ਕਹੀ ਜਾਂਦੀ ਹੈ। ਬਟ ਜਿਵੇਂ ਜਿਵੇਂ ਹੁਣ ਟੈਕਨੋਲੋਜੀ ਬਹੁਤ ਅੱਗੇ ਐਡਵਾਂਸ ਹੋ ਚੁੱਕੀ ਹੈ, ਇਹ 'ਚ ਕੋਈ ਡਰਨ ਵਾਲੀ ਗੱਲ ਨਹੀਂ ਹੈ। ਇਹਨੂੰ ਆਪਰੇਸ਼ਨ ਹੋ ਕੇ ਲੈਂਸ ਪੈ ਜਾਂਦਾ, ਜਿਹਦੇ ਨਾਲ ਬੰਦਾ, ਜਿਵੇਂ ਪਹਿਲਾਂ ਤੁਸੀਂ ਆਪਣੀ ਨੋਰਮਲ ਆਈਸਾਈਟ ਗੇਨ ਤੁਹਾਡੇ ਕੋਲ ਸੀਗੀ, ਉਹੀ ਗੇਨ ਕਰ ਲੈਂਦੇ ਹੋ ਤੁਸੀਂ। ਹੁਣ ਇਹਦੇ 'ਚ ਅੱਜ ਕੱਲ੍ਹ ਬਿਨਾਂ ਇੰਜੈਕਸ਼ਨ ਤੋਂ ਅੱਜ ਕੱਲ੍ਹ ਲੇਟੈਸਟ ਮਸ਼ੀਨਾਂ ਆ ਗਈਆਂ, ਫੈਕੋਮਲਸੀਫਿਕੇਸ਼ਨ, ਜਿਹਦੇ ਨਾਲ ਤੁਸੀਂ ਉਹਨੂੰ ਬਹੁਤ ਹੀ ਛੋਟਾ ਜਿਹਾ, ਜਸਟ 2.2 ਮਿਲੀਮੀਟਰ ਦੇ ਸੁਰਾਖ 'ਚੋਂ ਤੁਸੀਂ ਸਾਰਾ ਮੋਤੀਆ ਕੱਢ ਕੇ ਉਸ ਅੰਦਰ ਇੱਕ ਲੈਂਸ ਇੰਪਲਾਂਟ ਕਰ ਦਿੰਦੇ ਹੋ, ਜਿਹਦੇ ਨਾਲ ਬੰਦਾ ਵੈਰੀ ਨੈਕਸਟ ਡੇ ਨੋਰਮਲ ਤਰ੍ਹਾਂ ਕੰਮ ਕਰ ਸਕਦੇ ਹੋ। ਤੁਸੀਂ ਆਪਣੀ ਡਿਊਟੀ ਜੁਆਇਨ ਕਰ ਸਕਦੇ ਹੋ, ਤੁਸੀਂ ਆਪਣੇ ਦਫ਼ਤਰ ਜਾ ਸਕਦੇ ਹੋ, ਤੁਸੀਂ ਦੁਕਾਨ 'ਤੇ ਜਾ ਸਕਦੇ ਹੋ। ਹੁਣ ਲੇਟੈਸਟ ਇੱਕ ਆਪਾਂ ਤੁਸੀਂ ਆਮ ਸੁਣਿਆ ਹੋਣਾ ਕਿ ਰੋਬੋਟ ਨਾਲ ਸਰਜਰੀ ਹੁੰਦੀ ਹੈ। ਬੇਸਿਕਲੀ ਅਸੀਂ ਉਹਨੂੰ ਫਲੈਕਸ ਕਹਿੰਦੇ ਹਾਂ, ਜਿਹਦੇ ਨਾਲ ਜਿਹੜਾ ਤੁਸੀਂ ਆਪਦੇ ਹੱਥ ਨਾਲ ਜਾਂ ਬਲੇਡ ਨਾਲ ਕੱਟ ਲਾਉਂਦੇ ਹੋ, ਉਹ ਮਸ਼ੀਨ ਨਾਲ ਕੱਟ, ਜਿਹੜਾ ਤੁਸੀਂ ਉਹ ਮਸ਼ੀਨ ਹੀ ਸਾਰਾ ਕੰਮ ਕਰਦੀ ਹੈ। ਤਾਂ ਬੜੇ ਸੌਖੇ ਤਰੀਕੇ ਨਾਲ ਉਹ ਇਹ ਜਿਹੜੀ ਨਵੀਂ ਪੱਧਤੀ ਹੈ ਜਿਹਨੂੰ ਫਲੈਕਸ ਕਿਹਾ ਜਾਂਦਾ ਹੈ, ਇਹ ਫੈਸਿਲਿਟੀ ਸੁਹਾਣਾ ਹਸਪੀਟਲ ਅਵੇਲੇਬਲ ਹੈ। ਲੈਂਸ ਦੇ ਬਾਰੇ ਵੀ ਮੈਂ ਇੱਕ ਥੋੜ੍ਹੀ ਗੱਲ ਸਾਂਝੀ ਕਰਨੀ ਚਾਹੁੰਦਾ। ਇੱਕ 'ਚ ਵੀ ਅੱਜ ਕੱਲ੍ਹ ਆਮ ਲੋਕ ਕਹਿੰਦੇ ਹੈ ਕਿ ਜੀ ਆਪਰੇਸ਼ਨ ਕਰਨ ਤੋਂ ਬਾਅਦ ਸਾਨੂੰ ਐਨਕ ਲੱਗੇਗੀ। ਨੋਰਮਲੀ ਜਿਹੜਾ ਲੈਂਸ ਅਸੀਂ ਪਾਉਂਦੇ ਹਾਂ ਮੋਨੋਫੋਕਲ ਕਿਹਾ ਜਾਂਦਾ, ਉਹਦੇ 'ਚ ਨੇੜੇ ਦੀ ਐਨਕ ਤੁਹਾਨੂੰ ਲਾਉਣੀ ਪੈਂਦੀ ਹੈ, ਕਿਉਂਕਿ ਇਹ ਲੈਂਸ ਰਿਜਿਡ ਹੁੰਦੇ ਆ, ਇਹਨਾਂ 'ਚ ਫਲੈਕਸੀਬਿਲਿਟੀ ਨਹੀਂ ਹੁੰਦੀ, ਨੈਚੁਰਲ ਲੈਂਸ ਤਰ੍ਹਾਂ ਇਹ ਕੰਮ ਨਹੀਂ ਕਰਦੇ। ਬਟ ਟੈਕਨੋਲੋਜੀ ਦੇ ਹਿਸਾਬ ਨਾਲ ਹੁਣ ਇਹ 'ਚ ਬਾਈਫੋਕਲ ਜਾਂ ਮਲਟੀਫੋਕਲ ਲੈਂਸ ਇੰਪਲਾਂਟ ਵੀ ਕੀਤੇ ਜਾਂਦੇ ਆ, ਜਿਹਦੇ ਨਾਲ ਤੁਹਾਨੂੰ ਦੂਰ ਔਰ ਨੇੜੇ ਔਰ ਇੰਟਰਮੀਡੀਏਟ ਵਿਜ਼ਨ ਵਾਸਤੇ ਵੀ ਤੁਹਾਨੂੰ ਐਨਕ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ। ਡਾਕਟਰ ਸਚਦੇਵਾ, ਤੁਸੀਂ ਰੈਟਨਾ ਹੈਡ ਹੋ, ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਕਿਹੜੀਆਂ ਬਿਮਾਰੀਆਂ ਨੇ ਜੋ ਸਾਡੇ ਰੈਟਨਾ 'ਤੇ ਅਸਰ ਕਰਦੀਆਂ ਨੇ? ਦੇਖੋ, ਜਿਹੜੀ ਅਸੀਂ ਰੋਜ਼ਮर्रा ਦੀ ਬਿਮਾਰੀ ਆਪਣੇ ਲਾਈਫ ਵਿੱਚ ਦੇਖਦੇ ਹਾਂ, ਉਹ ਸਾਰੀਆਂ ਬਿਮਾਰੀਆਂ ਸਾਡੇ ਅੱਖ ਦੇ ਪਰਦੇ 'ਤੇ ਵੀ ਅਸਰ ਕਰਦੀਆਂ ਨੇ। ਜਿਵੇਂ ਸ਼ੂਗਰ ਦੀ ਬਿਮਾਰੀ, ਬਲੱਡ ਪ੍ਰੈਸ਼ਰ ਦੀ ਬਿਮਾਰੀ, ਟੀਬੀ ਦੀ ਬਿਮਾਰੀ,
ਕਿਸੇ ਤਰ੍ਹਾਂ ਦਾ ਸਰੀਰ ਤੇ ਜਾਂ ਬਾਡੀ ਤੇ ਇੰਜਰੀ ਹੋ ਜਾਏ, ਉਹ ਸਾਰੀ ਬਿਮਾਰੀਆਂ ਸਾਡੇ ਪਰਦੇ ਤੇ ਅਸਰ ਪਾ ਸਕਦੀਆਂ ਨੇ। ਨਾਲ ਹੀ ਜਿਹੜੀ ਇੱਕ ਏਜ ਰਿਲੇਟਡ ਬਿਮਾਰੀ ਹੈ ਜਿਹਨੂੰ ਅਸੀਂ ARMD ਕਹਿੰਦੇ ਆ, ਏਜ ਰਿਲੇਟਡ ਮੈਕੂਲਰ ਡੀਜਨਰੇਸ਼ਨ, ਉਹ ਅੱਜ ਕੱਲ੍ਹ ਦੇ ਦਿਨ ਵਿੱਚ ਲਾਈਫ ਸਪੈਨ ਵਧਣ ਕਰਕੇ ਉਸ ਤਰ੍ਹਾਂ ਦੀ ਬਿਮਾਰੀਆਂ ਵੀ ਅੱਖ ਦੇ ਪਰਦੇ ਤੇ ਬੜੀ ਕਾਮਨਲੀ ਦੇਖੀ ਜਾ ਰਹੀਆਂ ਨੇ। ਅੱਛਾ, ਇਹਦੇ ਕੰਟੀਨਿਊਸ਼ਨ ਦੇ ਵਿੱਚ ਹੀ ਡਾਕਟਰ ਸਚਦੇਵਾ ਜਾਨਣਾ ਚਾਹਾਂਗਾ ਕਿ ਜੋ ਰੈਟੀਨਲ ਪ੍ਰੋਬਲਮ ਹੈ ਕਿ ਉਸ ਦੀ ਅਰਲੀ ਡਿਟੈਕਸ਼ਨ ਹੋ ਸਕਦੀ ਹੈ, ਉਹਦੇ ਸਿੰਪਟਮਸ ਜਿਹੜੇ ਨੇ ਉਹ ਕੀ ਹੁੰਦੇ ਨੇ? ਸਰ, ਇਹ ਤੁਸੀਂ ਬਹੁਤ ਸੋਹਣਾ ਕੁਐਸਚਨ ਪੁੱਛਿਆ ਹੈ ਜੀ, ਕਿਉਂਕਿ ਜਿਹੜੀ ਰੈਟੀਨਾ ਦੇ ਵਿੱਚ ਵਿਜ਼ਨ ਲਾਸ ਹੈ ਉਹ ਸਡਨ ਐਂਡ ਪੇਨਲੈਸ ਹੈ, ਜਦਕਿ ਚਿੱਟੇ ਮੋਤੀਏ ਔਰ ਕਾਲੇ ਮੋਤੀਏ ਵਿੱਚ ਨਿਗਾਹ ਹੌਲੀ ਹੌਲੀ ਕਰਕੇ ਘਟਦੀ ਹੈ। ਲੇਕਿਨ ਪਰਦੇ ਦੀ ਬਿਮਾਰੀ ਵਿੱਚ ਨਿਗਾਹ ਇੱਕਦਮ ਤੋਂ ਐਂਡ ਪੇਨਲੈਸ ਲਾਸ ਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਰਾਤੀ ਬਿਲਕੁਲ ਨਾਰਮਲ ਸੁੱਤੇ ਹੋ ਔਰ ਸਵੇਰੇ ਜਦ ਤੁਸੀਂ ਉਠੋ ਤਾਂ ਤੁਹਾਨੂੰ ਧੁੰਦਲਾ ਜਾਂ ਘੱਟ ਦਿਖ ਰਿਹਾ ਹੋ। ਇਹਦੇ ਨਾਲ ਇਹਦੇ ਵਿੱਚ ਜਿਹੜੀ ਫੋਟੋ ਹੈ ਉਹ ਵੀ ਡਿਸਟੋਰਟਡ ਹੋ ਜਾਂਦੀ ਹੈ, ਮਤਲਬ ਲਾਈਨ ਸਾਨੂੰ ਟੇਢੀ ਮੇਢੀ ਦਿਖਾਈ ਦਿੰਦੀ ਹੈ। ਨਾਲ ਹੀ ਅੱਖ ਦੇ ਅੱਗੇ ਕੁਝ ਕਾਲੇ ਸਪੌਟਸ ਜਾਂ ਜਿਹਨੂੰ ਅਸੀਂ ਫਲੋਟਰ ਕਹਿੰਦੇ ਆ, ਉਹ ਵੀ ਦਿਖਾਈ ਦੇ ਸਕਦੇ ਨੇ। ਸੋ ਇਹ 3-4 ਜਿਹੜੇ ਹੈ ਇਹ ਸਿੰਪਟਮ ਸਾਨੂੰ ਦੱਸਦੇ ਨੇ ਕਿ ਪ੍ਰੋਬਲਮ ਰੈਟੀਨਾ ਰਿਲੇਟਡ ਹੋ ਸਕਦੀ ਹੈ। ਬਿਲਕੁਲ, ਜੇ ਇਹ ਸਿੰਪਟਮਸ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਇਸ ਦਾ ਤੁਸੀਂ ਧਿਆਨ ਰੱਖਣਾ ਹੈ ਤੇ ਤੁਰੰਤ ਜਿਹੜਾ ਹੈ ਉਹ ਸੁਹਾਨਾ ਹਸਪੀਟਲ ਮੋਹਾਲੀ ਭਾਵੇਂ ਜਾ ਕੇ ਤੁਸੀਂ ਆਪਣੀ ਡਾਕਟਰੀ ਜਾਂਚ ਜਿਹੜੀ ਉਹ ਕਰਾਉਣੀ ਹੈ। ਤੇ ਡਾਕਟਰ ਮੰਗਤ, ਕਾਲੇ ਮੋਤੀਏ ਦੇ ਕੇਸ ਵੀ ਬੜੇ ਆਮ ਅੱਜ ਕੱਲ੍ਹ ਵੇਖਣ ਨੂੰ ਮਿਲਦੇ ਨੇ, ਕਿ ਇਸ ਦਾ ਕੋਈ ਪੁਖਤਾ ਸਹੀ ਇਲਾਜ ਵੀ ਹੈ? ਦੇਖੋ, ਜਿਹੜਾ ਕਾਲਾ ਮੋਤੀਆ ਹੈ, ਜਿਵੇਂ ਪਹਿਲਾਂ ਹੁਣੇ ਦੱਸਿਆ ਵੀ ਚਿੱਟਾ ਮੋਤੀਆ ਤਾਂ ਇੱਕ ਅੰਦਰ ਜਿਹੜੀ ਤੁਹਾਡੇ ਸਟਰਕਚਰ ਹੁੰਦੀ ਹੈ ਉਹ ਧੁੰਦਲੀ ਪੈ ਜਾਂਦੀ ਹੈ, ਲੇਕਿਨ ਕਾਲਾ ਮੋਤੀਆ ਥੋੜ੍ਹਾ ਡਿਫਰੈਂਟ ਹੈ। ਇਹਦੇ 'ਚ ਸਾਨੂੰ ਵੱਡੀ ਗੱਲ ਤਾਂ ਇਹ ਹੈ ਕਿ ਅਰਲੀ ਪੇਸ਼ੈਂਟ ਨੂੰ ਕੋਈ ਸਿੰਪਟਮ ਨਹੀਂ ਆਉਂਦੇ ਇਹਦੇ 'ਚ, ਕਿਉਂਕਿ ਕਾਲਾ ਮੋਤੀਆ 2 ਤਰ੍ਹਾਂ ਦਾ ਹੁੰਦਾ ਹੈ, ਇੱਕ ਅਕਿਊਟ ਤੇ ਇੱਕ ਜਿਹੜਾ ਕ੍ਰੋਨਿਕ ਜਿਹੜਾ ਹੁੰਦਾ ਨਾ, ਉਹਦੇ 'ਚ ਤੁਹਾਨੂੰ ਕੋਈ ਉਹਦਾ ਸਿੰਪਟਮ ਨਹੀਂ ਨਜ਼ਰ ਆਉਂਦਾ। ਉਹਦਾ ਅਰਲੀ ਡਿਟੈਕਸ਼ਨ ਬਹੁਤ ਜ਼ਰੂਰੀ ਹੈ ਇਲਾਜ ਵਾਸਤੇ। ਔਰ ਦੂਸਰੀ ਗੱਲ ਹੈ, ਇਹ ਜ਼ਿਆਦਾ ਸੀਰੀਅਸ ਇਸ ਕਰਕੇ ਹੈ ਕਿ ਇਹਦਾ ਜਿਹੜਾ ਵਿਜ਼ਨ ਲਾਸ ਹੁੰਦਾ ਹੈ ਉਹ ਰਿਕਵਰ ਨਹੀਂ ਹੋ ਸਕਦਾ। ਜੇ ਚਿੱਟੇ ਮੋਤੀ 'ਚ ਜਿਹੜੀ ਨਜ਼ਰ ਤੁਹਾਡੀ ਗਈ ਉਹ ਦੁਬਾਰਾ ਰਿਕਵਰ ਹੋ ਜਾਂਦੀ ਹੈ, ਕਿਉਂਕਿ ਤੁਸੀਂ ਲੈਂਸ ਪਾ ਦਿੰਦੇ ਹੋ, ਸਟਰਕਚਰ ਰਿਮੂਵ ਕਰ ਦਿੰਦੇ ਆ। ਇਹਦੇ 'ਚ ਕੀ ਹੁੰਦਾ, ਅੱਖ ਦਾ ਜਦੋਂ ਕਾਲੇ ਮੋਤੀ 'ਚ ਬੇਸਿਕਲੀ ਅੱਖ ਦਾ ਜਿਹੜਾ ਪ੍ਰੈਸ਼ਰ ਹੈ ਸਾਡਾ ਨਾਰਮਲ ਰੇਂਜ ਤੋਂ ਜ਼ਿਆਦਾ ਹੁੰਦਾ। ਉਹ ਲਗਾਤਾਰ ਪ੍ਰੈਸ਼ਰ ਜਿਹੜੀ ਤੁਹਾਡੀ ਆਪਟਿਕ ਨਰਵ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਦੇਖਣ ਵਾਲੀ ਨਾੜ ਕਹਿ ਦਿੰਦੇ ਆ, ਨਾੜੀ ਕਹਿੰਦੇ ਆ, ਉਹਨੂੰ ਪ੍ਰੈਸ ਕਰਕੇ ਹੌਲੀ ਹੌਲੀ ਉਹਦੀ ਪਰਮਾਨੈਂਟ ਡੈਮੇਜ ਹੋ ਜਾਂਦੀ ਹੈ। ਸੋ ਇਹ ਜਿਹੜੀ ਡਿਜ਼ੀਜ਼ ਹੈ 40 ਸਾਲ ਤੋਂ ਬਾਅਦ ਤੇ 2 ਤੋਂ ਕਈ ਜਿਹੜੇ 2 ਤੋਂ ਲੈ ਕੇ 4% 5% ਪੋਪੂਲੇਸ਼ਨ ਤੱਕ ਵੀ ਹੋ ਸਕਦੀ ਹੈ, ਜਿਵੇਂ ਜਿਵੇਂ ਤੁਹਾਡੀ ਏਜ ਵੱਧਦੀ ਹੈ। ਇਸ ਦੇ ਨੈਚੁਰਲ ਪ੍ਰੋਸੈਸ ਕਿ ਜਿਹੜੇ ਤੁਹਾਡੇ ਡਰੇਨੇਜ ਚੈਨਲ ਹੁੰਦੇ ਆ, ਜਿਹੜਾ ਪਾਣੀ ਨੂੰ ਜਿਹੜਾ ਅੱਖ ਦੇ ਅੰਦਰ ਬਣਦਾ ਹੈ ਉਹਨੂੰ ਡਰੇਨ ਕਰਦੇ ਆ, ਉਹ ਕਲੌਗ ਹੋ ਜਾਂਦੇ ਆ ਜਾਂ ਬੰਦ ਹੋ ਜਾਂਦੇ ਆ ਵਿਦ ਏਜ, ਜਾਂ ਕੁਝ ਹੋਰ ਕਾਰਨ ਸੈਕੰਡਰੀ ਕਾਰਨ ਵੀ ਹੁੰਦੇ ਆ। ਇਲਾਜ ਇਹਦਾ ਡੈਫੀਨੇਟਲੀ ਹੈਗਾ, ਪਰ ਅਰਲੀ ਡਿਟੈਕਸ਼ਨ ਬਹੁਤ ਜ਼ਰੂਰੀ ਆ, ਛੇਤੀ ਇਹਦਾ ਪਤਾ ਲੱਗ ਜਾਣਾ ਚਾਹੀਦਾ। ਡਿਟੈਕਸ਼ਨ ਵਾਸਤੇ ਇਹਦੇ 'ਚ ਟੈਸਟ ਹੁੰਦੇ ਆ ਪਹਿਲੇ, ਉਹ ਕਰਾਉਣੇ ਬਹੁਤ ਜ਼ਰੂਰੀ ਹੈ। ਜਿਹੜੇ ਸੁਹਾਣੇ ਹਸਪੀਟਲ ਸਾਡੇ ਸਾਰੇ ਹੈਗੇ, ਉਹ 'ਚ ਵਿਜ਼ੂਅਲ ਫੀਲਡ ਹੁੰਦਾ, ਇੱਕ OCT ਟੈਸਟ ਹੁੰਦਾ, ਜਿਹਦੇ ਨਾਲ ਤੁਸੀਂ ਨਾੜ ਦੀ ਸਾਰੀ ਜਾਣਕਾਰੀ ਲੈ ਲੈਂਦੇ ਹੋ ਕਿ ਉਹ 'ਚ ਕੋਈ ਡਿਫੈਕਟ ਪੈ ਰਿਹਾ ਹੈ, ਤੇ ਜਿੰਨੀ ਛੇਤੀ ਹੋਵੇ ਇਹਦਾ ਉਨਾ ਹੀ ਟ੍ਰੀਟਮੈਂਟ ਹੋਣਾ ਬਹੁਤ ਜ਼ਰੂਰੀ ਹੈ। ਔਰ ਇਹਦਾ ਤੁਸੀਂ ਕੋਈ ਡਰ ਵਾਲੀ ਗੱਲ ਨਹੀਂ, ਬਟ ਇਹਦੀ ਡਿਟੈਕਸ਼ਨ ਬਹੁਤ ਜਲਦੀ ਪਤਾ ਲੱਗਣੀ ਚਾਹੀਦੀ ਹੈ ਤੁਹਾਨੂੰ। ਡਾਕਟਰ ਸਚਦੇਵਾ, ਜੋ ਡਾਇਬੀਟੀਜ਼ ਨਾਲ ਪੇਸ਼ੈਂਟ 2-4 ਹੋ ਰਿਹਾ ਹੁੰਦਾ, ਉਹਦੀ ਅੱਖਾਂ ਤੇ ਅਸਰ ਜਿਹੜਾ ਉਹ ਹੁੰਦਾ ਹੈ, ਤੇ ਇਸ ਵਿੱਚ ਡਾਇਬੀਟਿਕ ਜੋ ਰੈਟੀਨੋਪੈਥੀ ਹੈ ਉਸ ਦਾ ਕੀ ਰੋਲ ਰਹਿੰਦਾ ਹੈ? ਸਰ, ਜਦ ਇੱਕ ਸ਼ੂਗਰ ਵਾਲੇ ਮਰੀਜ਼ ਦੇ ਆਈਜ਼ ਦੇ ਉੱਪਰ ਯਾਨੀ ਕਿ ਰੈਟੀਨਾ ਦੇ ਉੱਪਰ ਬਦਲਾਵ ਆਉਣ ਲੱਗ ਜਾਣ ਤਾਂ ਅਸੀਂ ਉਹਨੂੰ ਡਾਇਬੀਟਿਕ ਰੈਟੀਨੋਪੈਥੀ ਕਹਿੰਦੇ ਹਾਂ। ਸੋ ਇਹ ਸ਼ੁਰੂ ਵਿੱਚ ਤਾਂ ਬਿਲਕੁਲ ਨਾ ਦੇ ਬਰਾਬਰ ਸਿੰਪਟਮ ਹੁੰਦੇ ਨੇ, ਬਟ ਜਿਵੇਂ ਬਿਮਾਰੀ ਵੱਧਦੀ ਹੈ ਉਹਨੂੰ ਧੁੰਦਲਾਪਨ ਆ ਸਕਦਾ ਹੈ, ਔਰ ਅਗਰ ਬਿਮਾਰੀ ਵੱਧ ਜਾਏ, ਅੰਦਰ ਬਲੀਡਿੰਗ ਹੋ ਜਾਏ ਤਾਂ ਆਈਜ਼ ਟੋਟਲੀ ਬੰਦ ਵੀ ਹੋ ਸਕਦੀਆਂ ਨੇ। ਸੋ ਇਹ ਜਿਹੜੀ ਡਿਜ਼ੀਜ਼ ਹੈ ਡਾਇਬਟਿਕ ਰੈਟੀਨੋਪੈਥੀ, ਇਹ ਬੜੀ ਹੀ ਡੇਂਜਰਸ ਡਿਜ਼ੀਜ਼ ਹੈ which can lead to total permanent loss of vision. So but ਇਹਦਾ ਸਾਡੇ ਕੋਲ ਪ੍ਰੋਪਰ ਇਲਾਜ ਹੈ, ਜਿਹਦੇ ਵਿੱਚ ਸਪੈਸ਼ਲ ਲੇਜ਼ਰ ਇੰਜੈਕਸ਼ਨ ਜਾਂ ਸਰਜਰੀ ਕਰਕੇ ਇਹ ਸਾਰਾ ਬਲਾਈਂਡਨੈਸ ਪ੍ਰੀਵੈਂਟ ਕਰੀ ਜਾ ਸਕਦੀ ਹੈ। ਡਾਕਟਰ ਵਾਂਗਟ, ਅੱਜ ਕੱਲ੍ਹ ਅਸੀਂ ਆਮ ਵੇਖਣ ਨੂੰ ਮਿਲ ਰਿਹਾ, ਕਿਉਂਕਿ ਲੋਕਡਾਊਨ ਦਾ ਕਾਫੀ ਅਸਰ ਰਿਹਾ, ਆਨਲਾਈਨ ਕਲਾਸਿਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਤੇ ਮਾਪੇ ਬੱਚਿਆਂ ਦੀ ਨਿਗਾਹ ਨੂੰ ਲੈ ਕੇ ਬਹੁਤ ਜ਼ਿਆਦਾ ਫਿਕਰਮੰਦ ਨੇ। ਕਈ ਬੱਚਿਆਂ ਦਾ ਨੰਬਰ ਵੱਧ ਗਿਆ ਤੇ ਕਈਆਂ ਨੂੰ ਸਪੈਕਸ ਜਿਹੜੀ ਆ ਉਹ ਲੱਗ ਗਈ ਹੈ। ਕਿ ਸਪੈਕਸ ਦਾ ਟ੍ਰੀਟਮੈਂਟ ਵੀ ਹੈ ਕੋਈ? ਤੁਸੀਂ ਬਿਲਕੁਲ ਠੀਕ ਹੈ। ਇਹ ਜੇ ਕੋਵਿਡ ਪੀਰੀਅਡ 'ਚ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਹੈ
ਕਿਉਂਕਿ ਸਾਰੀਆਂ ਕਲਾਸਿਸ ਆਨਲਾਈਨ ਹੋ ਗਈਆਂ, ਬੱਚਿਆਂ ਸਾਰਾ ਕੰਮ ਜਿਹੜਾ ਕਿ ਆਊਟਡੋਰ ਗੇਮਸ ਵੀ ਬੰਦ ਹੋ ਗਈਆਂ, ਜਿਹੜੀਆਂ ਕਿ ਬਹੁਤ ਜ਼ਰੂਰੀ ਹੈ। ਹੁਣ ਆਨਲਾਈਨ ਹੋਣ ਕਰਕੇ ਜੋ ਬੱਚੇ ਲਗਾਤਾਰ ਸਕਰੀਨ ਤੇ ਦੇਖਦੇ ਆ ਤੇ ਸਟ੍ਰੇਨ ਪੈਣਾ ਸੁਭਾਵਿਕ ਹੈ। ਮਾਪੇ ਬੱਚੇ ਨੂੰ ਨਾਲ ਲੈ ਕੇ ਆਉਂਦੇ ਆ ਆਈਸਾਈਟ ਚੈੱਕ ਕਰਵਾਉਣ ਵਾਸਤੇ। ਕਈ ਵਾਰ ਤੇ ਆਈਸਾਈਟ ਨਾਰਮਲ ਹੁੰਦੀ ਹੈ, ਬਟ ਉਹ ਸਟ੍ਰੇਨ ਪੈਣ ਕਰਕੇ ਹੈਡੇਕ ਹੋ ਰਿਹਾ ਹੈ ਜਾਂ ਉਹਨਾਂ ਦਾ ਪੜ੍ਹਾਈ 'ਚ ਮਨ ਨਹੀਂ ਕਰਦਾ। ਇਹ 'ਚ ਜੇ ਤੇ ਨੰਬਰ ਨਿਕਲਦਾ ਹੈ ਉਹ ਚੈੱਕ ਕਰਕੇ ਦੇਖ ਲਈਦਾ, ਫਿਰ ਤੇ ਸਪੈਕਸ ਲਗਾਉਣੀ ਬਹੁਤ ਜ਼ਰੂਰੀ ਹੈ। ਜਿੰਨੀ ਜਲਦੀ ਲੱਗ ਜਾਏ ਉਨਾ ਹੀ ਬੱਚੇ ਦੀ ਨਾਰਮਲ ਡਿਵੈਲਪਮੈਂਟ ਵਾਸਤੇ ਉਹ ਬਹੁਤ ਜ਼ਰੂਰੀ ਹੈ। ਨਹੀਂ ਤਾਂ ਬੱਚਾ ਇੰਟਰਸਟ ਨਹੀਂ ਲਏਗਾ, ਨਾ ਉਹ ਪੜ੍ਹਾਈ 'ਚ ਇੰਟਰਸਟ ਹੈ, ਨਾ ਉਹਦਾ ਖੇਲਣ 'ਚ ਇੰਟਰਸਟ ਹੈ, ਬਿਕੋਜ਼ ਉਹ ਹੈਡੇਕ ਹੋ ਰਿਹਾ ਜਾਂ ਔਰ ਇਦਾਂ ਦੇ ਸਿੰਪਟਮ ਆਈ ਜਾਂਦੇ ਆ। ਬਾਕੀ ਜਿਹੜਾ ਮਾਈਪੀਆ ਹੈ ਇਹ ਨਾਰਮਲੀ ਟੀਨਏਜ 'ਚ ਸ਼ੁਰੂ ਹੁੰਦਾ ਹੈ। ਆਪਣੇ ਇੰਡੀਆ 'ਚ ਵੀ ਦੇਖੀਏ ਤਾਂ 20% ਲੋਕਾਂ ਦੇ ਐਨਕ ਆਮ ਲੱਗਦੀ ਹੈ। ਇਹ ਬੜਾ ਟੈਬੂ ਸਮਝਿਆ ਜਾਂਦਾ। ਜੋ ਬੱਚੇ ਨੂੰ ਮਾੜਾ ਦੱਸਿਆ, ਪੇਰੈਂਟ ਨੂੰ ਦੱਸੀਏ ਵੀ ਨੰਬਰ ਲੱਗਦਾ, ਉਹ ਇੱਕ ਤਰ੍ਹਾਂ ਸ਼ੌਕ ਹੋ ਜਾਂਦੇ ਆ ਵੀ ਇਹ ਕੀ ਹੋ ਗਿਆ। ਫਿਰ ਉਹਨਾਂ ਨੂੰ ਪੈਸੀਫਾਈ ਕਰੀਦਾ ਵੀ ਕੋਈ ਗੱਲ ਨਹੀਂ, ਐਨਕ ਲੱਗਣੀ ਇਹ ਨਾਰਮਲ ਗੱਲ ਹੈ। ਜਦੋਂ ਤੁਸੀਂ, ਕਿਉਂਕਿ ਇਹਦਾ ਅੱਜ ਕੱਲ੍ਹ ਸੋਲੂਸ਼ਨ ਵੀ ਹੈਗਾ। ਇੱਕ ਤਾਂ ਅੱਜ ਕੱਲ੍ਹ ਮੈਡੀਸਿਨ ਵੀ ਆ ਗਈ ਹੈ, ਉਹਦੇ ਟਰਾਇਲ ਹੋਏ ਆ। ਜਿਹੜੀ ਐਟ੍ਰੋਪਿਨ ਦਵਾਈ ਹੈ ਉਹਦੇ ਕਰਕੇ ਇਹ ਦੇਖਣ 'ਚ ਆਇਆ ਕਿ 50% ਬੱਚਿਆਂ ਦੀ ਪ੍ਰੋਗਰੈਸ਼ਨ ਜਿਹੜਾ ਮਾਈਪੀਆ ਹੈ ਉਹ 'ਚ ਖੜੋਤ ਆ ਜਾਂਦੀ ਹੈ। ਇਸ ਤੋਂ ਬਾਅਦ ਵੀ ਉਹਨਾਂ ਨੂੰ ਹੌਸਲਾ ਦੇਈਦਾ ਹੈ ਕਿ ਜਦੋਂ 20 ਸਾਲ ਦੀ ਏਜ ਹੋ ਜਾਏਗੀ ਉਦੋਂ ਸਰਜਰੀ ਕਰਕੇ ਜਾਂ ਲੇਜ਼ਰ ਜਿਹਨੂੰ ਆਪਾਂ ਕਹਿੰਦੇ ਹਾਂ ਲੇਸੀ ਕਹਿ ਦਿੰਦੇ ਹਾਂ, ਉਹਦੇ ਨਾਲ ਉਹ ਨੰਬਰ ਠੀਕ ਕੀਤਾ ਜਾ ਸਕਦਾ। ਇਹ ਸਾਰੀ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ ਸੋਹਾਣਾ ਹਸਪੀਟਲ 'ਚ। ਅੱਜ ਕੱਲ੍ਹ ਲੇਟੈਸਟ ਜਿਹੜੀ ਲੇਜ਼ਰ ਸਰਜਰੀ ਹੈ ਉਹਦੇ ਨਾਲ ਜੋ ਤੁਸੀਂ ਉਹਦਾ ਕਾਫੀ ਇਫੈਕਟਿਵ ਹੈ। 98% ਬੰਦਿਆਂ 'ਚ ਉਹਦਾ ਰਿਜ਼ਲਟ ਬਹੁਤ ਅੱਛੇ ਹੁੰਦੇ ਆ। 1-2% ਬੰਦੇ ਓਵਰ ਕਰੈਕਸ਼ਨ ਅੰਡਰ ਕਰੈਕਸ਼ਨ ਦੇ ਚਾਂਸ ਹੁੰਦੇ ਆ, ਬਟ ਮੈਜੋਰਟੀ ਆਫ ਪੀਪਲ ਦੇ ਆਰ ਗੈਟ ਉਹਨਾਂ ਦੇ ਨੰਬਰ ਠੀਕ ਹੋ ਜਾਂਦਾ ਹੈ ਲੇਜ਼ਰ ਨਾਲ। ਅੱਛਾ ਡਾਕਟਰ ਸਚਦੇਵਾ, ਡਾਇਬਟੀਜ਼ ਦੀ ਬਿਮਾਰੀ ਜਿਵੇਂ ਅਸੀਂ ਵੇਖ ਰਹੇ ਘਰ ਘਰ ਦੇ ਵਿੱਚ ਹੈ, ਪਰ ਕੁਝ ਖਾਸ ਹਦਾਇਤਾਂ ਜੋ ਤੁਸੀਂ ਡਾਇਬਟੀਜ਼ ਦੇ ਪੇਸ਼ੈਂਟ ਨੂੰ ਦੇਣਾ ਚਾਹੋ ਤਾਂ ਕਿ ਉਹ ਅੱਖਾਂ ਦੀ ਬਿਮਾਰੀ ਤੋਂ ਦੋ ਚਾਰ ਨਾ ਹੋਣ। ਹਾਂਜੀ ਸਰ, ਦੇਖੋ ਡਾਇਬਟੀਜ਼ ਦੀ ਬਿਮਾਰੀ ਤੁਸੀਂ ਸਹੀ ਕਿਹਾ ਹੈ ਜੀ, ਹੁਣ ਬਹੁਤ ਜ਼ਿਆਦਾ ਕਾਮਨ ਹੋ ਚੁੱਕੀ ਹੈ। ਆਲਮੋਸਟ ਹਰ ਚੌਥਾ ਜਾਂ ਪੰਜਵਾਂ ਇਨਸਾਨ ਜਿਹਨੂੰ ਅਸੀਂ ਮਿਲਦੇ ਹਾਂ ਉਹਨੂੰ ਜਾਂ ਸ਼ੂਗਰ ਦੀ ਬਿਮਾਰੀ ਹੈ ਜਾਂ ਉਹਦੀ ਸ਼ੂਗਰ ਲੈਵਲਸ ਹਾਈ ਰਹਿੰਦੇ ਨੇ, ਜਿਹਦੇ ਕਰਕੇ ਉਹਨੂੰ ਡਾਈਟਰੀ ਕੰਟਰੋਲ ਕਰਨਾ ਪੈ ਰਿਹਾ ਹੈ। ਸੋ ਇਹਦੇ ਵਿੱਚ ਜਿਹੜਾ ਅਗਰ ਆਪਾਂ ਆਪਣੀ ਆਈਜ਼ ਜਾਂ ਫਿਰ ਬਾਕੀ ਦੀ ਬਾਡੀ ਵੀ ਬਚਾਉਣਾ ਚਾਹੁੰਦੇ ਹਾਂ ਤਾਂ ਇਹਦੇ ਵਿੱਚ ਜ਼ਰੂਰੀ ਹੈ ਕਿ ਨੰਬਰ 1 ਆਪਾਂ ਆਪਣਾ ਸ਼ੂਗਰ ਕੰਟਰੋਲ ਕਰੀਏ। ਜੋ ਵੀ ਡਾਕਟਰ ਸਾਹਿਬ ਨੇ ਤੁਹਾਨੂੰ ਦਵਾਈ ਦੱਸੀ ਹੈ ਜਾਂ ਕੰਟਰੋਲ ਦੱਸਿਆ ਹੈ, ਡਾਈਟਰੀ ਰਿਸਟ੍ਰਿਕਸ਼ਨਸ ਦੱਸੀਆਂ ਨੇ, ਉਹਨੂੰ ਪ੍ਰੋਪਰਲੀ ਫੋਲੋ ਕਰਿਆ ਜਾਏ। ਨੰਬਰ 2, ਥੋੜਾ ਐਕਸਰਸਾਈਜ਼ ਲਈ ਟਾਈਮ ਕੱਢਿਆ ਜਾਏ, ਬਿਕੋਜ਼ ਅਗਰ ਆਪਾਂ ਥੋੜਾ ਜਿਹਾ ਆਪਣੇ ਸਰੀਰ ਨੂੰ ਚਲਾਉਂਦੇ ਫਿਰਾਂਦੇ ਰਵਾਂਗੇ ਤਾਂ ਸਾਡਾ ਸ਼ੂਗਰ ਲੈਵਲ ਜਿਹੜਾ ਹੈ ਉਹ ਵੀ ਕੰਟਰੋਲ ਰਹੇਗਾ। ਸੋ ਅਗਰ ਅਸੀਂ ਇਹ 3-4 ਚੀਜ਼ਾਂ ਦਾ ਧਿਆਨ ਰੱਖਦੇ ਹਾਂ, ਬਿਮਾਰੀ ਤੋਂ ਬਚ ਸਕਦੇ ਹਾਂ ਜਾਂ ਉਹਨੂੰ ਅਰਲੀ ਸਟੇਜ ਤੇ ਪਕੜ ਕੇ ਉਹਦਾ ਪ੍ਰੋਪਰ ਇਲਾਜ ਕਰ ਸਕਦੇ ਹਾਂ ਤਾਂ ਕਿ ਨਿਗਾਹ ਤੇ ਕੋਈ ਅਸਰ ਨਾ ਆਏ। ਬਿਲਕੁਲ ਇਹੀ ਸਾਡੇ ਪ੍ਰੋਗਰਾਮ ਦਾ ਮਕਸਦ ਵੀ ਹੈ ਕਿ ਤੁਹਾਡਾ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਤੇ ਡਾਕਟਰ ਵਾਂਗਾ ਸਕੁਇੰਟ ਜਿਹਨੂੰ ਅਸੀਂ ਪੈਂਗਾਪਨ ਕਹਿੰਦੇ ਆ, ਅਮੂਮਨ ਸੁਣਨ ਨੂੰ ਮਿਲਦਾ ਹੈ ਕਿ ਸਮੇਂ ਨਾਲ ਹੀ ਇਸ ਦਾ ਇਲਾਜ ਹੈ। ਇਹ ਗੱਲ ਕਿੱਥੋਂ ਤੱਕ ਸੱਚ ਹੈ? ਨਹੀਂ, ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਕਿਉਂਕਿ ਇਹ ਜ਼ਿਆਦਾਤਰ ਲੋਕ ਦਿਖਾਉਣਾ ਹੀ ਨਹੀਂ ਚਾਹੁੰਦੇਗੇ। ਸਕੁਇੰਟ ਹੋਵੇ ਤਾਂ ਉਹ ਸੋਚਦੇ ਹੈ ਕਿ ਕੋਈ ਮਾੜੀ ਵਾਹ ਹੋ ਗਈ ਜਾਂ ਕੁਝ ਹੋਰ ਹੋ ਗਿਆ, ਕੋਈ ਹੈ ਨਾ। ਲੇਕਿਨ ਸਕੁਇੰਟ ਦਾ ਇਲਾਜ ਜਿੰਨਾ ਜਲਦੀ ਹੋ ਜਾਏ ਉਨਾ ਹੀ ਬਿਹਤਰ ਹੈ। ਇਹਨੂੰ ਲੇਟ ਕਰਨਾ ਤਾਂ ਮਤਲਬ ਇਹ ਹੈ ਕਿ ਤੁਸੀਂ ਇੱਕ ਅੱਖ ਦੀ ਵਿਜ਼ਨ ਲਾਸ ਕਰ ਸਕਦੇ ਹੋ। ਇਹ ਸਕੁਇੰਟ ਨਾਰਮਲੀ ਜਿਹੜਾ ਹੁੰਦਾ ਹੈ, ਇੱਕ ਤੇ ਨੰਬਰ ਕਰਕੇ ਵੀ ਹੋ ਸਕਦਾ ਤੁਹਾਡਾ, ਜਿਹੜਾ ਕਿ 6 ਮਹੀਨਿਆਂ ਦੇ ਬੱਚੇ 'ਚ ਸਕੁਇੰਟ ਦਿਖਣਾ ਸ਼ੁਰੂ ਹੋ ਜਾਂਦਾ ਹੈ। ਇਹ ਉਸੇ ਏਜ 'ਚ ਆ ਕੇ ਫਟਾਫਟ ਇਹਦਾ ਇੱਕ ਵਾਰੀ ਰਿਫਰੈਕਟਿਵ ਐਰਰ ਜਿਹੜਾ ਹੁੰਦਾ ਹੈ, ਜਿਹਨੂੰ ਆਪਾਂ ਨੰਬਰ ਕਹਿ ਦਿੰਦੇ ਹਾਂ ਪਲੱਸ ਨੰਬਰ ਹਾਈਪਰਮੈਟ੍ਰੋਪੀਆ, ਅਗਰ ਉਹ ਚੈੱਕ ਕਰਾ ਲਿਆ ਜਾਵੇ ਔਰ ਪ੍ਰੋਪਰਲੀ ਐਨਕ ਲਗਾ ਦਿੱਤੀ ਜਾਵੇ ਤਾਂ ਉਹਦਾ ਕਈ ਵਾਰੀ ਸਕੁਇੰਟ ਅੱਖਾਂ ਤੁਹਾਡੀਆਂ ਸਟੇਟ ਵੀ ਹੋ ਜਾਂਦੀਆਂ। ਔਰ ਅਦਰਵਾਈਜ਼ ਜਿਹੜੀ ਅੱਖ ਟੇਢੀ ਹੈ ਪਰਮਾਨੈਂਟਲੀ ਟੇਢੀ ਰਹੂਗੀ, ਇੱਕ ਅੱਖ ਨਾਲ ਬੱਚਾ ਸਿੱਧਾ ਦੇਖੂਗਾ, ਉਹ ਅੱਖ ਪਰਮਾਨੈਂਟ ਲੇਜ਼ੀ ਹੋ ਜਾਂਦੀ ਹੈ। 6 ਸਾਲ ਤੋਂ ਬਾਅਦ ਉਹਦਾ ਵਿਜ਼ਨ ਅਸੀਂ ਕੋਸ਼ਿਸ਼ ਵੀ ਕਰੀਏ ਉਹਦੇ 'ਚ ਇੰਪਰੂਵ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਉਸ ਤੋਂ ਪਹਿਲਾਂ ਡਿਟੈਕਟ ਹੋ ਗਿਆ। ਸੋ ਮੇਰੀ ਐਡਵਾਈਸ ਇਹੀ ਹੈ, ਜਿਹੜੀ ਪ੍ਰੀ ਸਕੂਲ ਜਿਹੜੀ ਏਜ ਹੁੰਦੀ ਹੈ 2.5-3 ਸਾਲ ਤੇ, ਜਦੋਂ ਬੱਚਾ ਥੋੜਾ ਜਿਹਾ ਵੀ ਜਾਂ ਤਾਂ ਉਹਨੂੰ ਲੈਟਰ ਪੜ੍ਹਨੇ ਆ ਜਾਣ, ਉਦੋਂ ਵਿਜ਼ਨ ਚੈੱਕ ਕਰਾਉਣਾ ਬਹੁਤ ਜ਼ਰੂਰੀ ਹੈ ਸਕੂਲਾਂ 'ਚ ਐਡਮਿਸ਼ਨ ਵੇਲੇ। ਦੂਸਰੀ ਗੱਲ ਹੈ, ਜਦੋਂ ਵੀ ਸਕੁਇੰਟ ਅਪੀਅਰ ਹੋਵੇ ਫਟਾਫਟ ਉਹਦਾ ਚੈੱਕ ਕਰਾਉਣਾ ਬਹੁਤ ਜ਼ਰੂਰੀ ਹੈ। ਇਹਦਾ ਇਲਾਜ ਹੈਗਾ, ਸਰਜੀਕਲ ਇਲਾਜ ਵੀ ਹੈ, ਔਰ ਕਈ ਵਾਰੀ ਜੇ ਤੁਹਾਡੇ ਐਨਕ ਦਾ ਨੰਬਰ ਹੈ ਪਲੱਸ ਨੰਬਰ ਖਾਸ ਕਰਕੇ
ਉਹ ਲਗਾਉਂਦੇ ਹੋ, ਤੁਸੀਂ ਰੈਗੂਲਰ ਲਗਾਉਂਦੇ ਹੋ ਤਾਂ ਤੁਹਾਡੀਆਂ ਅੱਖਾਂ ਸਟ੍ਰੇਟ ਰਹਿੰਦੀਆਂ, ਔਰ ਚ ਵਿਜ਼ਨ ਵੀ ਮੇਨਟੇਨ ਰਹਿੰਦਾ ਹੈ। ਇੱਕ ਬਾਈਨੋਕੁਲਰਿਟੀ ਜਿਹੜੀ ਵਿਜ਼ਨ ਹੁੰਦੀ ਹੈ ਆਪਾਂ ਕਹਿੰਦੇ ਆ, ਜਿਹਨੂੰ ਡੈਫਥ ਪਰਸੈਪਸ਼ਨ ਹੁੰਦੀ ਹੈ, ਉਸ ਵਿਜ਼ਨ ਵਾਸਤੇ ਇਹ अर्ਲੀ ਡਿਟੈਕਸ਼ਨ ਔਰ अर्ਲੀ ਟ੍ਰੀਟਮੈਂਟ ਬਹੁਤ ਜ਼ਰੂਰੀ ਹੈ। ਡਾਕਟਰ ਸਚਦੇਵਾ, ਅੱਜਕੱਲ ਬਲੈਕ ਫੰਗਸ ਦੀ ਜਿਹੜੀ ਬਿਮਾਰੀ ਹੈ ਉਸਨੇ ਵੀ ਬੜਾ ਜ਼ੋਰ ਫੜਿਆ, ਖਾਸ ਤੌਰ ਤੇ ਇਸ ਕੋਵਿਡ ਦੇ ਦੌਰ ਦੇ ਵਿੱਚ। ਇਸ ਬਾਰੇ ਥੋੜੀ ਵਿਸਤਾਰਪੂਰਵਕ ਜਾਣਕਾਰੀ ਤੁਹਾਡੇ ਤੋਂ ਚਾਹਾਂਗੇ। ਬਲੈਕ ਫੰਗਸ ਬੇਸਿਕਲੀ ਮਿਊਕਰਮਾਈਕੋਸਿਸ ਹੈ, ਇੱਕ ਤਰ੍ਹਾਂ ਦਾ ਫੰਗਸ ਹੈ ਜੋ ਸਾਡੇ ਇਨਵਾਇਰਨਮੈਂਟ ਵਿੱਚ ਹੈ, ਲੇਕਿਨ ਇਹ ਆਮ ਬੰਦੇ ਨੂੰ ਤੰਗ ਇਸ ਲਈ ਨਹੀਂ ਕਰਦਾ ਹੈ ਕਿਉਂਕਿ ਸਾਡੀ ਇਮਿਊਨਿਟੀ ਕਾਫੀ ਚੰਗੀ ਹੁੰਦੀ ਹੈ, ਜਿਹਦੇ ਕਰਕੇ ਫੰਗਸ ਸਾਡੇ ਬਾਡੀ ਵਿੱਚ ਗਰੋ ਨਹੀਂ ਕਰ ਸਕਦਾ। ਲੇਕਿਨ ਜਿਹੜੇ ਪੇਸ਼ੈਂਟ ਕੋਵਿਡ ਤੋਂ ਸਫਰ ਕਰਦੇ ਨੇ ਜਾਂ ਉਹ ਤੋਂ ਜਸਟ ਰਿਕਵਰ ਹੋ ਰਹੇ ਹੁੰਦੇ ਹੈ, ਉਸ ਟਾਈਮ ਉਹਨਾਂ ਦੀ ਇਮਿਊਨਿਟੀ ਜਿਹੜੀ ਹੈ, ਸਰੀਰ ਨਾਲ ਬਿਮਾਰੀ ਨਾਲ ਲੜਨ ਦੀ ਜਿਹੜੀ ਤਾਕਤ ਹੈ ਉਹ ਥੋੜੀ ਘਟੀ ਹੁੰਦੀ ਹੈ। ਇਸ ਕਰਕੇ ਪਲੱਸ ਉਹਨਾਂ ਨੂੰ ਕੁਝ ਸਟੀਰੋਇਡ ਮੈਡੀਸਨ ਇਹਦੇ ਵਿੱਚ ਕੋਵਿਡ ਵਿੱਚ ਦਿੱਤੀਆਂ ਜਾਂਦੀਆਂ ਨੇ, ਕਈ ਵਾਰੀ ਉਹਦੀ ਡੋਜ਼ ਵੀ ਜ਼ਿਆਦਾ ਦੇ ਦਿੱਤੀ ਜਾਂਦੀ ਹੈ। ਇਸ ਕਰਕੇ ਉਹ ਸਰੀਰ ਦੀ ਇਮਿਊਨਿਟੀ ਹੋਰ ਵੀ ਥੱਲੇ ਬਹਿ ਜਾਂਦੀ ਹੈ। ਐਂ ਦੇ ਕੇਸਿਸ ਵਿੱਚ ਆ ਨਾਰਮਲ ਫੰਗਸ ਜਿਹੜਾ ਸਾਡੇ ਇਨਵਾਇਰਨਮੈਂਟ ਵਿੱਚ ਸਾਨੂੰ ਕੁਝ ਨਹੀਂ ਕਹਿ ਰਿਹਾ, ਉਹ ਮਰੀਜ਼ਾਂ ਦੀ ਨੋਜ਼ ਰਾਹੀਂ ਐਂਟਰ ਕਰਦਾ ਹੈ ਤੇ ਨੋਜ਼ ਰਾਹੀਂ ਫਿਰ ਆਈਜ਼ ਜਾਂ ਬ੍ਰੇਨ ਵਿੱਚ ਜਾ ਸਕਦਾ ਹੈ। ਇਸ ਬਿਮਾਰੀ ਨੂੰ ਅਸੀਂ ਮਿਊਕਰਮਾਈਕੋਸਿਸ ਕਹਿੰਦੇ ਹਾਂ। ਇਹ ਬਹੁਤ ਹੀ ਗੰਦਾ ਫੰਗਸ ਹੈ ਕਿਉਂਕਿ ਇਹ ਉਸ ਏਰੀਆ ਨੂੰ ਇਫੈਕਟ ਕਰਨ ਦੇ ਨਾਲ ਨਾਲ ਉਧਰ ਦੀ ਬਲੱਡ ਵੈਸਲਸ ਨੂੰ ਬੰਦ ਕਰ ਦਿੰਦਾ ਹੈ। ਸੋ ਬਲੱਡ ਵੈਸਲਸ ਜਦ ਬੰਦ ਹੋ ਜਾਂਦੀਆਂ, ਉਸ ਏਰੀਆ 'ਚ ਬਲੱਡ ਨਹੀਂ ਆਉਂਦਾ ਤਾਂ ਉਹ ਏਰੀਆ ਬਲੈਕ ਹੋ ਜਾਂਦਾ ਹੈ, ਜਿਸ ਕਰਕੇ ਅਸੀਂ ਇਹਨੂੰ ਬਲੈਕ ਫੰਗਸ ਕਹਿੰਦੇ ਹਾਂ। ਇਟ ਇਜ਼ ਬੇਸਿਕਲੀ ਅ ਸੌਰਟ ਆਫ ਗੈਂਗਰੀਨ। ਸੋ ਉੱਥੇ ਦਾ ਉਹ ਸਾਰਾ ਟਿਸ਼ੂ ਜਿਹੜਾ ਹੈ ਉਹ ਸਾਰਾ ਡੈਡ ਹੋ ਜਾਂਦਾ ਹੈ। ਔਰ ਇਹਦੀ ਜਿਹੜੀ ਟ੍ਰੀਟਮੈਂਟ ਹੈ, ਅਗਰ ਅਸੀਂ अर्ਲੀ ਸਟੇਜਸ ਵਿੱਚ ਫੜ ਲਈਏ, ਜਦ ਉਹ ਨੋਜ਼ ਵਿੱਚ ਹੀ ਹੈ, ਤਾਂ ਪ੍ਰੋਪਰ ਸਾਡੇ ਕੋਲ ਇੰਜੈਕਸ਼ਨਸ ਨੇ ਜਿਹਨੂੰ ਅਸੀਂ ਐਮਫੋਟੈਰਾਸਿਨ ਵੀ ਕਹਿੰਦੇ ਹਾਂ। ਉਹਦੇ ਨਾਲ ਥੋੜਾ ਲੰਬਾ ਕੋਰਸ ਕਰਕੇ ਇਹ ਫੰਗਸ ਨੂੰ ਮਾਰਿਆ ਜਾ ਸਕਦਾ ਹੈ। ਬਟ ਅਗਰ ਇਹ ਫੰਗਸ ਕਿਸੇ ਤਰ੍ਹਾਂ ਆਈਜ਼ ਵਿੱਚ ਜਾਂ ਬ੍ਰੇਨ ਵਿੱਚ ਪਹੁੰਚ ਜਾਂਦਾ ਹੈ, ਫਿਰ ਕਾਫੀ ਐਕਸਟੈਂਸਿਵ ਡਿਬਰਾਈਡਮੈਂਟ ਸਰਜਰੀ ਕਰਕੇ ਇਹਨੂੰ ਸਾਰਾ ਰਿਮੂਵ ਕਰਨਾ ਪੈਂਦਾ ਹੈ। ਉਹਦੇ ਵਿੱਚ ਆਈਜ਼ ਜਾਂ ਜਾਨ ਦਾ ਖਤਰਾ ਵੀ ਰਹਿੰਦਾ ਹੈ। ਡਾਕਟਰ ਬੰਗਟ, ਕਾਰਨੀਅਲ ਟ੍ਰਾਂਸਪਲਾਂਟ ਦੀ ਜੇ ਅਸੀਂ ਗੱਲ ਕਰੀਏ, ਇਸ ਬਾਰੇ ਤੁਹਾਡੇ ਕੀ ਸੁਝਾਅ ਨੇ? ਦੇਖੋ ਜੀ, ਕਾਰਨੀਅਲ ਟ੍ਰਾਂਸਪਲਾਂਟ ਦੀ ਜ਼ਰੂਰਤ ਕਿਹਨੂੰ ਪੈਂਦੀ ਹੈ? ਕਾਰਨੀਅਲ ਟ੍ਰਾਂਸਪਲਾਂਟ ਜਿਹੜੇ ਪੇਸ਼ੈਂਟ ਦੇ ਅੱਖ ਦੀ ਆਪਾਂ ਜਿਹੜਾ ਕਾਰਨੀਆ ਜਿਹਨੂੰ ਕਹਿੰਦੇ ਆ, ਅਗਲਾ ਸਾਫ਼ ਪੋਰਸ਼ਨ ਕਲੀਅਰ ਜਿਹੜਾ ਹੁੰਦਾ, ਟ੍ਰਾਂਸਪੇਰੈਂਟ ਹੁੰਦਾ, ਉਹਦੇ ਤੇ ਜੋ ਚਿੱਟਾ ਨਿਸ਼ਾਨ ਪੈ ਜੇ ਔਰ ਤੁਹਾਨੂੰ ਦੇਖਣ 'ਚ ਮੁਸ਼ਕਲ ਆਵੇ ਸਾਹਮਣੇ, ਉਸ ਕੰਡੀਸ਼ਨ 'ਚ ਇਹ ਹੁਣ ਕਾਰਨ ਇਹਦਾ ਕੋਈ ਵੀ ਹੋ ਸਕਦਾ। ਇਹਦਾ ਇਨਫੈਕਸ਼ਨ ਹੋ ਸਕਦਾ, ਵਾਇਰਲ ਇੱਕ ਕਾਰਨ ਹੈ, ਬੈਕਟੀਰੀਅਲ ਹੋਵੇ, ਚਾਹੇ ਉਹ ਵਾਇਰਲ ਇਨਫੈਕਸ਼ਨ ਹੋਵੇ, ਉਸ ਤੋਂ ਬਾਅਦ ਇੰਜਰੀ ਹੋ ਜਾਏ ਕੋਈ, ਜਾਂ ਕਈ ਵਾਰੀ ਜਦੋਂ ਤੁਸੀਂ ਕੈਟਰੈਕਟ ਸਰਜਰੀ ਕਰਦੇ ਆ ਉਹਦੇ 'ਚ ਵੀ ਕਈ ਵਾਰੀ ਕਾਰਨੀਆ ਡੈਮੇਜ ਹੋ ਜਾਂਦਾ ਹੈ। ਉਸ ਕੰਡੀਸ਼ਨ ਤੁਹਾਨੂੰ ਇਹਦਾ ਇਲਾਜ ਇਹਦਾ ਇੱਕੋ ਹੀ ਹੈ ਕਿ ਇਹਦਾ ਕਾਰਨੀਆ ਟ੍ਰਾਂਸਪਲਾਂਟ ਕੀਤਾ ਜਾਵੇ। ਹੁਣ ਕਾਰਨੀਆ ਟ੍ਰਾਂਸਪਲਾਂਟ ਕਰਨ ਵਾਸਤੇ ਤੁਹਾਨੂੰ ਇਹ ਕਾਰਨੀਆ ਜਦੋਂ ਕਿਸੇ ਬੰਦੇ ਦੀ ਡੈਥ ਹੁੰਦੀ ਹੈ, ਉਹਦੇ ਘਰ ਦੇ ਡੋਨੇਟ ਕਰਨਾ ਚਾਹੁੰਦੇ ਆਈਜ਼, ਜਿਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਡੋਨੇਟ ਕਰੋ ਜੀ ਆਈਜ਼, ਆਪਾਂ ਆਮ ਅੱਖਾਂ ਦਾਨ ਮਹਾਦਾਨ ਦੀ ਗੱਲ ਕੀਤੀ ਜਾਂਦੀ ਹੈ। ਔਰ ਦੂਸਰੀ ਗੱਲ ਹੈ, ਜਦੋਂ ਇਹ ਅੱਖ 4 ਤੋਂ 6 ਘੰਟਿਆਂ ਦੇ ਵਿੱਚ ਰਿਮੂਵ ਕੀਤੀ ਜਾਵੇ, ਨੋਰਮਲੀ ਆਮ ਇਹ ਸਵਾਲ ਪੁੱਛਿਆ ਜਾਂਦਾ ਕਿ ਅੱਖ ਸਾਰੀ ਚੇਂਜ ਹੋਊਗੀ। ਸੋ ਉਹਦਾ ਸਿੰਪਲ ਜਿਹਾ ਜਵਾਬ ਹੈ ਵੀ ਜਿਵੇਂ ਤੁਹਾਡੀ ਘੜੀ ਹੋਵੇ, ਘੜੀ ਦਾ ਉੱਪਰਲਾ ਸ਼ੀਸ਼ਾ, ਫਰੰਟ ਸ਼ੀਸ਼ਾ, ਉਹ ਧੁੰਦਲਾ ਪੈ ਜੇ, ਤੁਸੀਂ ਉਹ ਚੇਂਜ ਕਰ ਦਿਓਗੇ, ਪਰ ਪਿੱਛੇ ਤੁਹਾਡੀ ਨੋਰਮਲ ਵਾਚ ਉਵੇਂ ਦੀ ਉਵੇਂ ਰਹੇਗੀ। ਸੋ ਸਾਰੀ ਅੱਖ ਉਵੇਂ ਦੀ ਉਵੇਂ ਰਹਿੰਦੀ ਹੈ। ਹੁਣ ਫਿਰ ਦੂਸਰਾ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਇਹਦੇ 'ਚ ਨਜ਼ਰ ਪੂਰੀ ਬਣ ਜਾਏਗੀ। ਇਸ ਦਾ ਵੀ ਜਵਾਬ ਇਹੀ ਹੈ ਕਿ ਕਾਰਨੀਆ ਇੱਕ ਵਾਰੀ ਜੇ ਤੁਹਾਡਾ ਐਕਸੈਪਟ ਹੋ ਗਿਆ, ਬਾਡੀ ਨੇ ਕਾਰਨੀਆ ਕਲੀਅਰ ਹੈ, ਉਸ ਤੋਂ ਬਾਅਦ ਵੀ ਤੁਹਾਡਾ ਅੱਖ ਦਾ ਪਰਦਾ ਕਿੰਨਾ ਕੰਮ ਕਰਦਾ ਹੈ, ਤੁਹਾਡੀ ਆਪਟਿਕ ਨਰਵ ਜਿਹੜੀ ਦੇਖਣ ਵਾਲੀ ਨਾੜੀ ਉਹ ਵੀ ਠੀਕ ਹੋਣੀ ਚਾਹੀਦੀ ਹੈ, ਉਸ ਦੇ ਹਿਸਾਬ ਨਾਲ ਹੀ ਤੁਹਾਡੀ ਨਜ਼ਰ ਬਣੇਗੀ। ਤੇ ਤੀਸਰਾ, ਇਹ ਆਮ ਇਹ ਕਿਹਾ ਜਾਂਦਾ ਹੈ ਜੀ ਕਿ ਇਹ ਜਿੰਦਾ ਬੰਦਾ ਵੀ ਅੱਖ ਦੇ ਸਕਦਾ ਹੈ। ਆਮ ਲੋਕੀ ਰਿਲੇਟਿਵ ਕਹਿੰਦੇ ਜੀ ਅੱਖ ਅਸੀਂ ਦੇ ਦਿੰਦੇ ਹਾਂ, ਇਹ ਲੀਗਲੀ ਪੋਸੀਬਲ ਨਹੀਂ ਹੈ। ਤੁਸੀਂ ਲਾਈਵ ਬੰਦੇ ਦੀ ਅੱਖ ਨਹੀਂ ਲੈ ਸਕਦੇ, ਜਿਵੇਂ ਤੁਸੀਂ ਕਿਡਨੀ ਦੀ ਲਈ ਜਾ ਕਿਡਨੀ ਲਈ ਲੈਂਦੇ ਆ ਲੋਕ, ਲੇਕਿਨ ਆਈ ਲਿਵਿੰਗ ਪਰਸਨ ਦੀ ਅੱਖ ਨਹੀਂ ਲਈ ਜਾਂਦੀ, ਇਹ ਸਿਰਫ ਆਫਟਰ ਡੈਥ ਹੀ ਹੁੰਦੀ ਹੈ। ਉਸ ਤੋਂ ਬਾਅਦ ਇਹ ਕਾਰਨੀਆ ਵੀ ਅੱਜ ਕੱਲ੍ਹ ਐਡਵਾਂਸਮੈਂਟ ਇੰਨੀ ਹੋ ਚੁੱਕੀ ਹੈ ਕਿ ਸਾਰਾ ਕਾਰਨੀਆ ਨਾ ਚੇਂਜ ਕਰਕੇ ਇੱਕ ਕਾਰਨੀਆ ਦਾ ਬਹੁਤ ਹੀ ਪਤਲੀ ਜਿਹੀ ਲੇਅਰ ਟ੍ਰਾਂਸਪਲਾਂਟ ਕੀਤੀ ਜਾਂਦੀ, ਜਿਹੜੀ ਤੁਹਾਡੀ ਆਪਣਾ ਨੋਰਮਲ ਬਾਕੀ ਕਾਰਨੀਆ ਉਹਦਾ ਉਹੀ ਰਹਿੰਦਾ ਹੈ। ਤੇ ਔਰ ਇੱਕ ਕਾਰਨੀਆ ਤੁਸੀਂ 2 ਬੰਦਿਆਂ ਦੇ ਵੀ ਲਗਾਇਆ ਜਾ ਸਕਦਾ, ਇੱਕ ਦੇ ਫਰੰਟ ਪੋਰਸ਼ਨ, ਇੱਕ ਦੇ ਪਿਛਲਾ ਪੋਰਸ਼ਨ, ਇਸ ਕਰਕੇ 2 ਬੰਦਿਆਂ ਦੀਆਂ ਅੱਖਾਂ ਸੇਵ ਹੋ ਸਕਦੀਆਂ। ਇਹ ਸਰਜਰੀ ਪੋਸੀਬਲ ਹੈ। ਸੋਹਣਿਆ ਹਸਪੀਟਲ 'ਚ ਆਈ ਬੈਂਕ ਦੀ ਵੀ ਸੁਵਿਧਾ ਹੈਗੀ ਹੈ। ਜਦੋਂ ਕਿਸੇ ਨੇ ਕੋਈ
ਐਮਰਜੈਂਸੀ ਜੇ ਕਿਸੇ ਦਾ ਆਈ ਡੋਨੇਟ ਵੀ ਕਰਨੀਆਂ ਹੋਣ ਦੇ ਕੈਨ ਕਾਲ 24 ਘੰਟੇ ਇਹ ਐਮਰਜੈਂਸੀ ਨੰਬਰ ਅਵੇਲੇਬਲ ਹੁੰਦਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਸਾਡੇ ਨਾਲ ਜੁੜਨ ਲਈ ਤੇ ਇੰਨੀਆਂ ਚੰਗੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿਣਾ ਹੈ, ਆਪਣਾ ਤੇ ਆਪਣਿਆਂ ਦਾ ਧਿਆਨ ਰੱਖਣਾ ਹੈ ਤੇ ਵੇਖਣਾ ਭੁੱਲਣਾ ਨਹੀਂ ਹੈ। ਡਾਕਟਰ ਸਪੀਕ ਐਤਵਾਰ ਸ਼ਾਮੀ 5 ਵਜੇ। ਅਗਲੇ ਹਫਤੇ ਗਠੀਏ ਸੰਬੰਧਿਤ ਬਿਮਾਰੀ ਬਾਰੇ ਅਸੀਂ ਕਰਾਂਗੇ ਚਰਚਾ। ਸਾਡੇ ਨਾਲ ਸੁਹਾਨਾ ਹਸਪੀਟਲ ਮੋਹਾਲੀ ਤੋਂ ਇੱਕ ਹੋਰ ਐਕਸਪਰਟ ਡਾਕਟਰ ਹੋਣਗੇ। ਫਿਲਹਾਲ ਦਿਓ ਇਜਾਜ਼ਤ, ਰੱਬ ਰੱਖਾ।